ਮੁੱਢਲੇ ਮਨੁੱਖ ਨੂੰ ਦੇਵੀ ਤਾਕਤਾਂ ਦਾ ਭੈ ਸਾਡੇ ਤੋਂ ਜ਼ਿਆਦਾ ਸੀ। ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਇਹਨਾਂ ਦੇਵੀ ਤਾਕਤਾਂ ਨੂੰ ਪਤਿਆਉਣ ਜਾਂ ਰਿਝਾਉਣ ਕਰਕੇ ਹੋਇਆ। ਸੰਸਕਾਰ ਖੁਸ਼ੀਆਂ ਦੇ ਪ੍ਰਗਟਾਵੇ ਤੋਂ ਵੀ ਪੈਦਾ ਹੋਏ ਸੰਸਕਾਰ ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ, ਸਦਰਾਂ ਤੇ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ। ਰੀਤੀ ਰਿਵਾਜ ਬੇਟਾ ਕੀ ਹੁੰਦੇ ਨੇ? ਰੀਤੀ ਰਿਵਾਜ ਹੁੰਦੇ ਨੇ ਕੋਈ ਪਰੰਪਰਾ ਜਿਹੜੀ ਚੱਲੀ ਆ ਰਹੀ ਹੈ ਪਿਛਲੇ ਟਾਈਮ ਤੋਂ, ਠੀਕ ਹੈ। ਸੋ ਇਹਨਾਂ ਦਾ ਕਹਿੰਦੇ ਵਿਆਹ ਸ਼ਾਦੀ ਜਾਂ ਜਨਮ ਮਰਨ ਦੇ ਮੌਕੇ ਤੇ ਪਤਾ ਚੱਲਦਾ ਹੁੰਦਾ ਵੀ ਕਿਹੜੇ ਕਿਹੜੇ ਰੀਤੀ ਰਿਵਾਜ ਕੌਣ ਕੌਣ ਫੋਲੋ ਕਰ ਰਿਹਾ ਹੈ। ਇਹ ਸੰਸਕਾਰ ਕਿਵੇਂ ਉਪਜੇ ਤੇ ਇਹ ਰੀਤੀ ਰਿਵਾਜ ਬਣੇ ਕਿਵੇਂ, ਠੀਕ ਹੈ। ਇਹਨਾਂ ਦੇ ਪਿੱਛੇ ਕੀ ਆਪਾਂ ਕਹਿ ਦਈਏ ਮਨੋਰਥ ਨੂੰ ਕੀ ਕਹਾਂਗੇ ਆਪਾਂ, ਸਿੰਪਲ ਲੈਂਗੁਏਜ ਚ ਮਨੋਰਥ ਨੂੰ ਕਹਾਂਗੇ ਉਦੇਸ਼, ਜਾਂ ਕੀ ਉਹਨਾਂ ਦੇ ਪਿੱਛੇ ਹੋਰ ਸੌਖਾ ਕਰਨ ਲਈ ਕੀ ਕਹਾਂਗੇ ਇਹਨੂੰ, ਮਨੋਰਥ ਨੂੰ ਇੱਛਾ, ਠੀਕ ਹੈ। ਕੀ ਇੱਛਾਵਾਂ ਸੀਗੀਆਂ, ਮਨੋਰਥ ਸੀਗੇ। ਤੇ ਪੁਰਾਣੇ ਟਾਈਮਾਂ ਦੇ ਵਿੱਚ ਰਾਜੇ ਕੀ ਕਰਦਾ ਹੁੰਦਾ ਸੀ ਇਨਸਾਨ? ਪੁਰਾਣੇ ਸਮਿਆਂ ਦੇ ਵਿੱਚ ਮਨੁੱਖ ਸੀਗਾ ਜਿਹੜਾ ਉਹ ਦੇਵੀ ਤਾਕਤਾਂ ਨੂੰ ਪਤਿਆਉਣ ਜਾਂ ਰਿਝਾਉਣ ਦਾ ਮਤਲਬ ਕੀ ਹੁੰਦਾ ਬੇਟਾ? ਵੀ ਉਹਨਾਂ ਨੂੰ ਖੁਸ਼ ਕਰਨਾ। ਉਹਨਾਂ ਨੂੰ ਖੁਸ਼ ਕਰਨ ਕਰਕੇ ਰੀਤੀ ਰਿਵਾਜ ਸੀਗੇ ਜਿਹੜੇ ਉਹ ਮਨਾਉਂਦੇ ਸੀਗੇ। ਹਾਂਜੀ ਬੇਟਾ ਗੁਰਵਿੰਦਰ ਸਿੰਘ ਨੈਕਸਟ ਪੈਰਾ ਪੜੋ ਬੇਟਾ। ਗੁਰਵਿੰਦਰ पढ़ना शुरू करो बेटा। अनम्यूट करो गुरविंदर, पढ़ो बच्चे। जशनदीप कौर बेटा पढ़ो। जशनदीप कौर बेटा पढ़ना शुरू करो जशनदीप। बेटा बेटा आवाज आ रही है आपको? हमें आवाज। बेटा पढ़ो तुसी पुष्पिंदर पढ़ोगे। ओके मैम। ਕੁਝ ਸੰਸਕਾਰ ਖੁਸ਼ੀਆਂ ਦੇ ਪ੍ਰਗਟਾਵੇ ਤੋਂ ਵੀ ਪੈਦਾ ਹੋਏ ਸਿੱਧੇ ਹੁੰਦੇ ਹਨ। ਮਨੁੱਖ ਦੇ ਜੀਵਨ ਨੂੰ 4 ਭਾਗਾਂ ਬ੍ਰਹਮਚਾਰਯ, ਗ੍ਰਸਥ, ਬਾਣ ਪ੍ਰਥਮ ਦੇ ਸੰਨਿਆਸ ਵਿੱਚ ਵੰਡਿਆ ਗਿਆ ਸੀ ਤੇ ਹਰ ਭਾਗ ਦੇ ਵੱਖ-ਵੱਖ ਸੰਸਕਾਰ ਬੱਝੇ ਹੋਏ ਸਨ। ਇਹਨਾਂ ਦੀ ਹੀ ਮਰਿਆਦਾ ਵਿੱਚ ਬੱਝੇ ਸਾਡੇ ਰੋਜ਼ਾਨਾ ਜੀਵਨ ਦੀਆਂ ਅਨੇਕ ਸਮੱਸਿਆਵਾਂ ਦੀ ਚਿੰਤਾ ਦਾ ਭਾਰ ਆਪਣੇ ਮਨ ਉੱਪਰ ਪਾਉਣ ਦੀ ਥਾਂ ਉਹਨਾਂ ਉੱਪਰ ਛੱਡ ਦਿੰਦੇ ਸਨ। ਹੁਣ ਇਹਨਾਂ ਵਿੱਚੋਂ ਬਹੁਤ ਸੰਸਕਾਰ ਸਾਡੇ ਭਾਈਚਾਰੇ ਵਿੱਚੋਂ ਲੋਪ ਹੁੰਦੇ ਜਾ ਰਹੇ ਹਨ। ਸਭ ਤੋਂ ਪਹਿਲਾਂ ਅਸੀਂ ਗਰਭ ਦੇ ਸੰਸਕਾਰ ਬਾਰੇ ਗੱਲ ਕਰਦੇ ਹਾਂ। ਪਹਿਲੇ ਸਮੇਂ ਵਿੱਚ ਪ੍ਰੇਤ ਰੂਹਾਂ ਤੋਂ ਬਚਾਅ ਲਈ ਗਰਭ ਦੇ ਤੀਜੇ, ਪੰਜਵੇਂ ਜਾਂ 7ਵੇਂ ਮਹੀਨੇ ਵਿੱਚ ਇਸਤਰੀ ਦੇ ਪੱਲੇ ਨਾਲ ਅਨਾਜ ਬੰਨਿਆ ਜਾਂ ਉਸਦੇ ਪੱਲੇ ਪਾਇਆ ਜਾਂਦਾ ਸੀ। ਉਹ ਇਸ ਨੂੰ ਰਿੰਨ ਕੇ ਆਖਦੇ ਸੀ। ਮੁੰਡਾ ਪੈਦਾ ਹੋਣ ਤੇ ਪਿੰਡ ਦੇ ਨਾਮੀ ਅਤੇ ਭਾਈਚਾਰੇ ਦੇ ਹੋਰ ਬੰਦੇ ਵਧਾਈਆਂ ਲੈ ਕੇ ਆਉਂਦੇ ਸਨ।
ਭਾਈਚਾਰੇ ਵਿੱਚ ਗੁੜ, ਮਿਸ਼ਰੀ ਜਾਂ ਪਤਾਸੇ ਵੰਡੇ ਜਾਂਦੇ ਸਨ। ਪੰਜਾਬ ਵਿੱਚ ਨਾਂ ਰੱਖਣ ਵਾਸਤੇ ਕੋਈ ਖਾਸ ਨਾਮ ਸੰਸਕਾਰ ਨਹੀਂ ਮਨਾਇਆ ਜਾਂਦਾ। ਕਈ ਵਾਰ ਭਰਾ ਹੀ ਜਿਹੜਾ ਨਾਂ ਦੱਸੇ ਰੱਖ ਲੈਂਦੇ ਹਨ ਤੇ ਕਈ ਵਾਰ ਆਪਣੇ ਧਰਮ ਗ੍ਰੰਥ ਦਾ ਕੋਈ ਪੰਨਾ ਪੜ੍ਹ ਕੇ ਪਿੰਡ ਦੇ ਗ੍ਰੰਥੀ, ਮੌਲਵੀ ਜਾਂ ਪੰਡਤ ਪੰਨੇ ਦੇ ਪਹਿਲੇ ਅੱਖਰ ਤੋਂ ਕੋਈ ਨਾਂ ਰੱਖ ਲੈਂਦੇ ਹਨ। ਹਿੰਦੂ ਪਰਿਵਾਰਾਂ ਵਿੱਚ ਮੁੰਡਨ ਸੰਸਕਾਰ ਤੀਜੇ ਤੋਂ 5ਵੇਂ ਸਾਲ ਵਿੱਚ ਕੀਤਾ ਜਾਂਦਾ ਹੈ। ਮੁੰਡਨ ਤੋਂ ਪਿੱਛੋਂ ਜਨੇਊ ਪਹਿਨਣ ਤੱਕ ਪੰਜਾਬ ਦੇ ਹਿੰਦੂ ਆਮ ਤੌਰ ਤੇ ਕੋਈ ਵਿਸ਼ੇਸ਼ ਸੰਸਕਾਰ ਨਹੀਂ ਕਰਦੇ। ਇਸੇ ਤਰ੍ਹਾਂ ਸਿੱਖ ਅੰਮ੍ਰਿਤ ਛਕਦੇ ਹਨ। ਮੋਟੇ ਰੂਪ ਵਿੱਚ ਬਚਪਨ ਤੋਂ ਜਵਾਨੀ ਤੱਕ ਦੇ ਹੀ ਮੁੱਖ ਸੰਸਕਾਰ ਹਨ ਜਿਹੜੇ ਹਿੰਦੂ, ਸਿੱਖ, ਮੁਸਲਮਾਨ ਸਭ ਕਰਦੇ ਹਨ। ਭਾਵੇਂ ਹਰ ਫਿਰਕਾ ਆਪਣੇ ਆਪਣੇ ਧਰਮ ਦੀ ਮਰਿਆਦਾ ਤੇ ਸ਼ਰ੍ਹਾ ਅਨੁਸਾਰ ਇਹਨਾਂ ਵਿੱਚ ਤਬਦੀਲੀ ਕਰ ਲੈਂਦਾ ਹੈ। ਮੁੰਡੇ ਕੁੜੀ ਦੇ ਜਵਾਨ ਹੋਣ ਤੇ ਵਿਆਹ ਦੀਆਂ ਰਸਮਾਂ ਦੀ ਲੜੀ ਸ਼ੁਰੂ ਹੁੰਦੀ ਹੈ। ਪਹਿਲੇ ਸਮੇਂ ਵਿੱਚ ਕੁੜੀ ਵਾਲੇ ਨਾਈ ਦੇ ਹੱਥ ਮੁੰਡੇ ਨੂੰ 1 ਰੁਪਈਆ ਭੇਜ ਦਿੰਦੇ ਸਨ, ਜਿਸ ਦਾ ਭਾਵ ਹੁੰਦਾ ਹੈ ਕਿ ਕੁੜਮਾਈ ਜਾਂ ਮੰਗਣੀ ਭਾਵੇਂ ਕਦੇ ਵੀ ਹੋਵੇ, ਨਾਤਾ ਪੱਕਾ ਹੈ। ਪਰ ਹੁਣ ਇਸ ਦੇ ਰੂਪ ਵੀ ਬਦਲ ਰਹੇ ਹਨ। ਮੰਗਣੀ ਤੋਂ ਪਿੱਛੋਂ ਕਿਸੇ ਸ਼ੁਭ ਮਹੀਨੇ ਦੀ ਤਿਥ ਦੇ ਘੜੀ ਵਿਆਹ ਲਈ ਨੀਅਤ ਕਰ ਲਈ ਜਾਂਦੀ ਹੈ। ਇਸ ਨੂੰ ਸਾਹਾ ਕਢਾਉਣਾ ਕਹਿੰਦੇ ਹਨ। ਇਸ ਤੋਂ ਪਿੱਛੋਂ ਜਦ ਵਿਆਹ ਲਈ ਥੋੜੇ ਦਿਨ ਰਹਿ ਜਾਂਦੇ ਹਨ ਤਾਂ ਕੁੜੀ ਵਾਲੇ ਸਾਹੇ ਦੀ ਚਿੱਠੀ ਜਾਂ ਲਗਨ ਲਿਖਵਾਉਂਦੇ ਹਨ। ਚਿੱਠੀ ਨੂੰ ਦੁੱਧ, ਚੌਲ, ਹਲਦੀ, ਖੰਮਣੀ ਆਦਿ ਵਿੱਚ ਲਪੇਟ ਕੇ ਨਾਈ, ਪੰਡਤ ਜਾਂ ਵਿਚੋਲੇ ਆਦਿ ਦੇ ਹੱਥ ਮੁੰਡੇ ਵਾਲਿਆਂ ਨੂੰ ਭੇਜਿਆ ਜਾਂਦਾ ਹੈ। ਇਹ ਚਿੱਠੀ ਪੰਚਾਇਤ ਅਤੇ ਮੁੰਡੇ ਨੂੰ ਬਿਠਾ ਕੇ ਸਭ ਦੀ ਹਾਜ਼ਰੀ ਵਿੱਚ ਖੋਲੀ ਤੇ ਪੜ੍ਹੀ ਜਾਂਦੀ ਹੈ। ਨਾਈ ਜਾਂ ਪੁਰੋਹਿਤ ਨੂੰ ਕਾਰਾ ਦੇ ਕੇ ਵਾਪਿਸ ਭੇਜ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਦੋਹਾਂ ਧਿਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਵਿਆਹ ਤੋਂ ਪਹਿਲਾਂ ਕੜਾਈ ਚੜਾਈ ਜਾਂਦੀ ਸੀ। ਵਿਆਹ ਤੋਂ 1 ਦਿਨ ਪਹਿਲਾਂ ਪ੍ਰਾਹੁਣੇ ਆਉਣੇ ਸ਼ੁਰੂ ਹੋ ਜਾਂਦੇ ਹਨ। ਸਭ ਤੋਂ ਵਧੇਰਾ ਮੇਲ ਨਾਨਕਿਆਂ ਦਾ ਹੁੰਦਾ ਹੈ, ਜਿਹੜੇ ਦੋਹਤਰੀ ਜਾਂ ਦੋਹਤਮਾਨ ਲਈ ਗਹਿਣੇ, ਬਿਸਤਰੇ, ਪਲੰਗ, ਬਰਤਨ ਤੇ ਕੱਪੜੇ ਲੀੜੇ ਲੈ ਕੇ ਆਉਂਦੇ ਹਨ। ਜੰਝ ਜਾਣ ਸਮੇਂ ਵੀ ਕੁਝ ਰਸਮਾਂ ਕੀਤੀਆਂ ਜਾਂਦੀਆਂ ਹਨ, ਜਿਵੇਂ ਕਿ ਭਰਜਾਈ ਦੁਆਰਾ ਸੁਰਮਾ ਪਾਉਣਾ, ਭੈਣ ਵੱਲੋਂ ਸਿਹਰਾ ਬੰਨ੍ਹਣਾ, ਪਾਲ ਚਲਕੀ ਆਦਿ। ਜਿਉਂ ਕੁੜੀ ਵਾਲਿਆਂ ਦੇ ਘਰ ਪਹੁੰਚਦੀ ਹੈ ਤਾਂ ਜੰਝ ਪਿੰਡ ਹੈ ਦੀ ਜੀ, ਜੰਝ ਬੇਟਾ, ਇਹਨੂੰ ਜੰਝ ਬੋਲਦੇ ਨੇ। ਜੰਝ ਬੋਲਦੇ ਨੇ ਇਹਨੂੰ। ਓਕੇ ਮੈਮ। ਜੰਝ ਕੁੜੀ ਵਾਲਿਆਂ ਦੇ ਘਰ ਪਹੁੰਚਦੀ ਹੈ ਤਾਂ ਪਿੰਡ ਦੀ ਪੰਚਾਇਤ ਉਸ ਦਾ ਸਵਾਗਤ ਕਰਦੀ ਹੈ। ਇਸ ਤੋਂ ਬਾਅਦ ਮਿਲਣੀ ਦੀ ਰਸਮ ਹੁੰਦੀ ਹੈ। ਵਿਆਹ ਵਿੱਚ ਫੇਰਿਆਂ ਦੀ ਰਸਮ ਮਹੱਤਵਪੂਰਨ ਹੁੰਦੀ ਹੈ। ਸਿੱਖਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਲਾਵਾਂ ਦੇ ਪਾਠ ਤੇ ਕੀਰਤਨ ਸਮੇਂ 4 ਫੇਰੇ ਲਏ ਜਾਂਦੇ ਹਨ। ਚਾਰੇ ਲਾਵਾਂ ਪੜ੍ਹ ਕੇ ਗ੍ਰੰਥੀ ਜਾਂ ਭਾਈ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਜਾਂਦੀ ਹੈ। ਫਿਰ ਵਰੀ ਦਿਖਾਈ ਜਾਂਦੀ ਹੈ। ਜਿਹੜੀ ਵਰੀ ਲੜਕੇ ਵਾਲੇ ਲੈ ਕੇ ਆਉਂਦੇ ਹਨ ਉਹ ਭਾਈਚਾਰੇ ਵਿੱਚ ਦਿਖਾਈ ਜਾਂਦੀ ਹੈ। ਕੁੜੀ ਵਾਲਿਆਂ ਵੱਲੋਂ ਦਾਜ ਦਿਖਾਇਆ ਜਾਂਦਾ ਹੈ, ਜਿਸ ਤੋਂ ਪਿੱਛੋਂ ਡੋਲੀ ਵਿਦਾ ਕਰ ਦਿੱਤੀ ਜਾਂਦੀ ਹੈ। ਮਾਮਾ ਕੁੜੀ ਨੂੰ ਚੁੱਕ ਕੇ ਰੋਂਦੀ ਕੁਰਲਾਉਂਦੀ ਨੂੰ ਡੋਲੇ ਵਿੱਚ ਹੱਥ ਵਿੱਚ ਬਿਠਾ ਆਉਂਦਾ ਹੈ। ਮੁੰਡੇ ਦੇ ਘਰ ਪਹੁੰਚਣ ਉੱਤੇ ਮੁੰਡੇ ਦੀ ਮਾਂ ਸ਼ਗਨਾਂ ਦੀ ਥੈਲੀ ਲੈ ਕੇ ਨੂੰਹ ਪੁੱਤ ਨੂੰ ਲੈਣ ਜਾਂਦੀ ਹੈ। ਦਰਵਾਜ਼ੇ ਵਿੱਚ ਉਹ ਪਾਣੀ ਨਾਲ ਵਾਰਨੇ ਵਾਰਦੀ ਹੈ। ਉਹ 7 ਵਾਰੀ ਇਹ ਪਾਣੀ ਮੂੰਹ ਨੂੰ ਲਾਉਂਦੀ ਹੈ। ਮੁੰਡਾ ਉਸ ਨੂੰ ਰੋਕਦਾ ਹੈ। ਦੂਜੇ ਦਿਨ ਸਵੇਰੇ ਲਾੜਾ ਤੇ ਵਹੁਟੀ ਪਿੱਤਰਾਂ, ਸ਼ਹੀਦਾਂ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਵਾਸਤੇ ਜਾਂਦੇ ਹਨ। ਕਈ ਥਾਵਾਂ ਉੱਤੇ ਇਸ ਸਮੇਂ ਛਟੀ ਖੇਡਣ ਦਾ ਵੀ ਰਿਵਾਜ ਹੈ। ਲਾੜਾ ਤੇ ਵਹੁਟੀ ਇੱਕ ਦੂਜੇ ਨੂੰ 7-7 ਛਟੀਆਂ ਮਾਰਦੇ ਹਨ। ਇਸ ਸਮੇਂ ਇਹ ਕੰਗਣਾ ਵੀ ਖੋਲਦੇ ਹਨ। ਜਨਮ ਅਤੇ ਵਿਆਹ ਤੋਂ ਪਿੱਛੋਂ ਅਕਾਲ ਚਲਾਣੇ ਜਾਂ ਮੌਤ ਦੀਆਂ ਰਸਮਾਂ ਦਾ ਜ਼ਿਕਰ ਕਰਨਾ ਵੀ ਬਣਦਾ ਹੈ। ਵਿਅਕਤੀ ਦੇ ਪ੍ਰਾਣ ਤਿਆਗਣ ਤੋਂ ਪਿੱਛੋਂ ਔਰਤਾਂ ਘਰ ਵਿੱਚ ਵਹਿਣ ਪਾਉਣ ਲੱਗ ਜਾਂਦੀਆਂ ਹਨ। ਮ੍ਰਿਤਕ ਨੂੰ ਆਖਰੀ ਇਸ਼ਨਾਨ ਕਰਵਾਇਆ ਜਾਂਦਾ ਹੈ। ਜੇਕਰ ਔਰਤ ਸੁਹਾਗਣ ਮਰਦੀ ਹੈ ਤਾਂ ਉਸਦਾ ਦੁਲਹਾ
ਦੁਲਹਨ ਦੀ ਤਰ੍ਹਾਂ ਸ਼ਿੰਗਾਰ ਵੀ ਕੀਤਾ ਜਾਂਦਾ ਹੈ। ਹੰਗਾਮੇ ਦੇ ਸਮੇਂ ਇੱਕ ਰਸਮ ਦਸਤਾਰਬੰਦੀ ਦੀ ਕੀਤੀ ਜਾਂਦੀ ਹੈ। ਭਾਈਚਾਰੇ ਦੀ ਹਾਜ਼ਰੀ ਵਿੱਚ ਵੱਡਾ ਪੁੱਤਰ ਆਪਣੇ ਸਹੁਰਿਆਂ ਦੀ ਦਿੱਤੀ ਪੱਗ ਬੰਨ੍ਹਦਾ ਹੈ। ਇਸ ਤਰ੍ਹਾਂ ਉਹ ਆਪਣੇ ਪਿਤਾ ਦੀ ਥਾਂ ਲੈ ਲੈਂਦਾ ਹੈ। ਸੋ ਬੇਟਾ ਜਿੰਨੇ ਵੀ ਰੀਤੀ ਰਿਵਾਜ ਰਸਮਾਂ ਹੁੰਦੀਆਂ ਨੇ ਨਾ, ਸਭ ਦੀ ਆਪਣੀ ਆਪਣੀ ਵੈਲਿਊ ਹੈ ਹਰੇਕ ਧਰਮ ਦੇ ਵਿੱਚ, ਹਰੇਕ ਰਿਲੀਜਨ ਕਾਸਟ ਦੇ ਵਿੱਚ, ਠੀਕ ਹੈ। ਸੋ ਸਭ ਤੋਂ ਪਹਿਲਾਂ ਜਨਮ ਤੋਂ ਲੈ ਕੇ ਮਰਨ ਤੱਕ ਇਹ ਜਿਹੜੇ ਰੀਤੀ ਰਿਵਾਜ ਨੇ ਇਹ ਚੱਲਦੇ ਰਹਿੰਦੇ ਹੁੰਦੇ ਨੇ, ਠੀਕ ਹੈ ਬੱਚੇ। ਬਹੁਤ ਸਾਰੇ ਰੀਤੀ ਰਿਵਾਜ ਨੇ ਜਿਹੜੇ ਇਹਨਾਂ ਦੇ ਵਿੱਚ ਹਲੇ ਨਹੀਂ ਵੀ ਦੱਸੇ ਗਏ। ਕੁਛ ਕੁ ਮੇਨ ਚੀਜ਼ਾਂ ਦੱਸੀਆਂ ਗਈਆਂ ਨੇ ਕਿ ਵਿਆਹ ਦੇ ਟਾਈਮ ਤੇ ਕੀ ਹੁੰਦਾ ਹੈ, ਜਦੋਂ ਜਨਮ ਹੁੰਦਾ ਬੱਚੇ ਦਾ ਨਾਮ ਕਢਵਾਉਣਾ ਹੁੰਦਾ ਹੈ, ਕਿਵੇਂ ਕਿਵੇਂ ਆਪਾਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਕਰਦੇ ਹਾਂ, ਠੀਕ ਹੈ ਬੇਟਾ। ਉਸ ਤੋਂ ਬਾਅਦ ਜੋ ਹੈ, ਉਸ ਤੋਂ ਬਾਅਦ ਤੁਹਾਨੂੰ ਦੱਸਿਆ ਗਿਆ ਕਿ ਵਿਆਹ ਦੀਆਂ ਰਸਮਾਂ ਕਿਵੇਂ ਹੁੰਦੀਆਂ ਨੇ। ਉਸ ਤੋਂ ਬਾਅਦ ਜਦੋਂ ਬੱਚਾ ਜਵਾਨ ਹੋ ਜਾਂਦਾ ਹੈ, ਉਸ ਤੋਂ ਬਾਅਦ ਜਦੋਂ ਬੱਚਾ ਜਵਾਨ ਹੋ ਜਾਂਦਾ ਨਾ, ਤਾਂ ਉਸਦੀ ਜੋ ਵੀ ਮਤਲਬ ਮੈਰਿਜ ਦੇ ਟਾਈਮ ਤੇ ਫਿਰ ਜੋ ਵੀ ਰਸਮਾਂ ਹੁੰਦੀਆਂ ਨੇ, ਹੁਣ ਤਾਂ ਬੇਟਾ ਬਹੁਤ ਘੱਟ ਗਈਆਂ। ਪਹਿਲਾਂ ਪੁਰਾਣੇ ਜ਼ਮਾਨੇ 'ਚ ਕਾਫੀ ਜ਼ਿਆਦਾ ਲੰਬਾ ਪ੍ਰੋਸੀਜਰ ਚੱਲਦਾ ਹੁੰਦਾ ਸੀ ਇਹ, ਪਰ ਹੁਣ ਥੋੜਾ ਜਿਹਾ ਫਰਕ ਪੈ ਗਿਆ। ਮਾਡਰਨ ਲੋਕ ਨੇ, ਕੁਛ ਕਰਦੇ ਨੇ ਕੁਛ ਨਹੀਂ ਵੀ ਕਰਦੇ, ਠੀਕ ਹੈ। ਜਾਂ ਫਿਰ ਕਈ ਵਾਰ ਤਾਂ ਏਦਾਂ ਹੀ ਪਤਾ ਲੱਗਦਾ ਕਿ ਮੈਰਿਜ ਹੋ ਵੀ ਗਈ, ਠੀਕ ਹੈ ਨਾ। ਕਿ ਜਿੱਦਾਂ ਉਹਨੂੰ ਕਹਿੰਦੇ ਨੀ ਹੁੰਦੇ ਚੁੰਨੀ ਚੜਾ ਕੇ ਲੈ ਕੇ ਆਉਣਾ, ਬਹੁਤ ਸਾਰੇ ਲੋਕ ਇਹ ਰਸਮ ਹੈ ਜਿਹੜੀ ਉਹ ਵੀ ਕਰ ਲੈਂਦੇ ਨੇ। ਪਰ ਇਹ ਜਿਹੜੀ ਜ਼ਿਆਦਾਤਰ ਲੋਕ ਨੇ ਸਾਰੀਆਂ ਰਸਮਾਂ ਨਿਭਾਉਂਦੇ ਨੇ। ਪੁਰਾਣੇ ਟਾਈਮ 'ਚ ਕਾਫੀ ਜ਼ਿਆਦਾ ਹੁੰਦੀਆਂ ਸੀਗੀਆਂ, ਬਟ ਹੁਣ ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਇਹ ਚੀਜ਼ਾਂ ਕੀ ਹੋ ਗਈਆਂ, ਘਟਦੀਆਂ ਜਾ ਰਹੀਆਂ ਨੇ, ਠੀਕ ਹੈ ਨਾ। ਸੋ ਦਾਜ ਦਹੇਜ ਹੋ ਗਿਆ ਬੇਟਾ। ਉਸ ਤੋਂ ਬਾਅਦ ਕਿ ਮੈਰਿਜ ਤੋਂ ਨੈਕਸਟ ਡੇ ਉਹ ਮੱਥਾ ਟੇਕਣ ਜਾਂਦੇ ਨੇ, ਪੂਜਾ ਕਰਦੇ ਨੇ ਉਹਨਾਂ ਦੀ, ਠੀਕ ਹੈ, ਜੋ ਵੀ ਆਪਣੇ ਵੱਡੇ ਵਡੇਰੇ ਹੁੰਦੇ ਨੇ। ਤੇ ਉਸ ਤੋਂ ਬਾਅਦ ਜਿਹੜੀ ਮੌਤ ਹੈ, ਮੌਤ ਦੇ ਬਾਰੇ 'ਚ ਦੱਸਿਆ ਗਿਆ ਕਿ ਕੀ ਰਸਮਾਂ ਜਿਹੜੀਆਂ ਹੁੰਦੀਆਂ ਨਿਭਾਈਆਂ ਜਾਂਦੀਆਂ ਨੇ, ਠੀਕ ਹੈ। ਸੋ ਦਸਤਾਰਬੰਦੀ ਕਿਹਾ ਜਾਂਦਾ ਜਦੋਂ ਬਜ਼ੁਰਗ ਘਰ ਦੇ ਵਿੱਚੋਂ ਕੋਈ ਵੱਡੇ ਦੀ ਡੈਥ ਹੋ ਜਾਂਦੀ ਹੈ, ਤਾਂ ਉਹਦਾ ਜਿਹੜਾ ਵੱਡਾ ਪੁੱਤਰ ਹੈ ਤਾਂ ਉਹਦੇ ਤੇ ਜ਼ਿੰਮੇਵਾਰੀ ਆ ਜਾਂਦੀ ਹੈ। ਸੋ ਬੇਟਾ ਹੁਣ ਆਪਾਂ ਕਰਦੇ ਹਾਂ ਸ਼ਬਦ ਅਰਥ। ਵੈਣ, ਵੈਣ ਹੁੰਦਾ ਰੋਣਾ, ਵੈਣ ਪਾਉਂਦੀਆਂ ਨੇ, ਹਨਾ। ਉੱਥੇ ਲਿਖਿਆ ਹੋਇਆ ਨਾ ਕਿ ਘਰ ਵਿੱਚ ਔਰਤਾਂ ਵੈਣ ਪਾਉਣ ਲੱਗ ਜਾਂਦੀਆਂ ਨੇ। ਵੈਣ ਪਾਉਣਾ ਮਤਲਬ ਉੱਚੀ ਉੱਚੀ ਰੋਣਾ, ਠੀਕ ਹੈ। ਜੰਝ, ਜੰਝ ਕੀ ਹੁੰਦੀ ਹੈ ਬੇਟਾ? ਬਰਾਤ ਨੂੰ ਕਹਿੰਦੇ ਆ ਜੰਝ। ਬਰਾਤ ਨੂੰ ਕੀ ਕਹਿੰਦੇ ਆ? ਜੰਝ, ਠੀਕ ਹੈ। ਪਿੱਤਰਾਂ, ਪਿੱਤਰਾਂ ਕੀ ਹੁੰਦਾ ਬੇਟਾ? ਪਿੱਤਰਾਂ ਹੁੰਦੇ ਨੇ ਵੱਡੇ ਵਡੇਰੇ, ਬਜ਼ੁਰਗ, ਜਿਵੇਂ ਦਾਦੇ ਪੜਦਾਦੇ, ਦਾਦਿਆਂ ਦੇ ਦਾਦੇ ਪੜਦਾਦੇ, ਬਜ਼ੁਰਗ ਕਾਫੀ, ਠੀਕ ਹੈ, ਵੱਡੇ ਵਡੇਰੇ। ਅਹਿਮ, ਅਹਿਮ ਹੁੰਦਾ ਜ਼ਰੂਰੀ। ਅਹਿਮ ਕੀ ਹੁੰਦਾ ਬੇਟਾ? ਜ਼ਰੂਰੀ, ਬਹੁਤ ਜ਼ਿਆਦਾ ਇੰਪੋਰਟੈਂਟ। ਦੁਆਵਾਂ, ਦੁਆਵਾਂ ਕੀ ਹੁੰਦੀਆਂ ਨੇ ਬੱਚੇ? ਅਰਦਾਸਾਂ। ਦੁਆਵਾਂ ਕੀ ਹੁੰਦੀਆਂ ਨੇ? ਅਰਦਾਸਾਂ। ਤਨਹਾਈ, ਤਨਹਾਈ ਹੁੰਦੀ ਹੈ ਇਕੱਲਤਾ, ਠੀਕ ਹੈ, ਇਕੱਲਤਾ, ਇਕੱਲੇ ਰਹਿਣਾ। ਸੁੰਨਤ, ਸੁੰਨਤ ਇੱਕ ਮੁਸਲਮਾਨਾਂ ਦੀ ਰਸਮ ਹੁੰਦੀ ਹੈ ਬੇਟਾ। ਮੁਸਲਿਮ ਧਰਮ ਦੇ ਵਿੱਚ ਇਹ ਰਸਮ ਹੁੰਦੀ ਹੈ। ਬਹੁਟੀ, ਬਹੁਟੀ ਕੀ ਹੁੰਦੀ ਹੈ? ਦੁਲਹਨ। ਸਲਾਮੀਆਂ, ਸ਼ਗਨ, ਠੀਕ ਹੈ, ਸਲਾਮੀਆਂ ਪਾਈਆਂ ਜਾਂਦੀਆਂ ਨੇ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ। ਤੇ ਮਾਡਰਨ ਲੋਕ ਹੁਣ ਸ਼ਗਨ ਕਹਿੰਦੇ ਨੇ। ਪੁਰਾਣੇ ਬਜ਼ੁਰਗ, ਤੁਸੀਂ ਕਦੇ ਮੈਰਿਜ ਵਗੈਰਾ ਤੇ ਜਾਓਗੇ ਨਾ, ਤਾਂ ਤੁਸੀਂ ਸੁਣਿਓ ਜਿਹੜੇ ਤੁਹਾਡੇ ਦਾਦੀ ਜੀ ਹੋਣਗੇ ਜਾਂ ਕੋਈ ਹੋਰ ਸਿਆਣਾ ਹੋਊਗਾ, ਉਹ ਸਲਾਮੀ ਕਹਿਣਗੇ ਵੀ ਅੱਜ ਸਲਾਮੀ ਪਾ ਕੇ ਆਈਏ। ਸੁਣਿਆ ਕਦੇ ਇਹ ਸ਼ਬਦ? ਪਿੰਡਾਂ 'ਚ ਤਾਂ ਯੂਜ਼ ਕਰਦੇ ਨੇ ਇਹ ਸਲਾਮੀ। ਸੰਯੁਕਤ, ਸੰਯੁਕਤ ਹੁੰਦਾ ਬੇਟਾ ਇਕੱਠੇ। ਸੰਯੁਕਤ ਕੀ ਹੁੰਦਾ ਹੈ? ਇਕੱਠੇ, ਠੀਕ ਹੈ। ਅੰਗ, ਅੰਗ ਹੁੰਦਾ ਹਿੱਸਾ। ਅੰਗ ਕੀ ਹੁੰਦਾ ਹੈ? ਹਿੱਸਾ। ਤੰਦ, ਤੰਦ ਹੁੰਦੀ ਹੈ ਲੜੀ, ਠੀਕ ਹੈ। ਤੰਦ ਹੁੰਦੀ ਹੈ ਲੜੀ ਜਾਂ ਮਾਲਾ। ਸਿਰਦਰਦੀ, ਸਿਰਦਰਦੀ ਮੁਸੀਬਤ। ਸਿਰਦਰਦੀ ਕੀ ਹੁੰਦੀ ਹੈ ਬੇਟਾ? ਮੁਸੀਬਤ। बेटा
जिन जिन बच्चों ने अपनी वीडियो ऑफ की है वो ऑन करो वीडियो अपनी। जिन जिन भी बच्चों की वीडियो ऑफ है जल्दी से ऑन करो बेटा। तो जिस जिस बच्चे का मैं नाम लूंगी वो अभी आंसर देंगे। गुरविंदर, गुरविंदर सिंह अनम्यूट करो। मनु दी भाईचारक सांझ सॉरी भाईचारक वंड अनुसार जीवन दे किन्ने भाग हन? मनु दी भाईचारक वंड अनुसार किन्ने भागां च वंडे गए बेटा? 4 च। किन्ने च? 4। केड़े केड़े सीगे? ब्रह्मचार्य, गृहस्थ, वानप्रस्थ ते संन्यास। ठीक है। इस पाठ विच सब तो पहला केड़े संस्कार दी गल कीती गई है? सब तो पहला जन्म। सब तो पहला केड़े संस्कार दी गल कीती है बेटा? जन्म। नेक्स्ट है बेटा, मुंडा जम्मन ते लागी ते भाईचारे दे बंदे की करदे हन? की करदे ने? ਵਧਾਈ ਦਿੰਦੇ ਨੇ। ठीक है। लागी की करदे आ? ਵਧਾਈ ਦਿੰਦੇ ਨੇ। ਲਾਗੀਆਂ ਦੁਆਰਾ ਮੁੰਡਾ ਜੰਮਣ ਤੇ ਘਰਾਂ ਵਿੱਚ ਕੀ ਵੰਡਿਆ ਜਾਂਦਾ ਹੈ? ਕੀ ਵੰਡਿਆ ਜਾਂਦਾ ਬੇਟਾ? गुड़, मिश्री ਜਾਂ ਪਤਾਸੇ। ठीक है। फर्स्ट ही है ਤੇ ਟਿਕ ਕਰ ਲਓ। ਹਿੰਦੂ ਪਰਿਵਾਰਾਂ ਵਿੱਚ ਮੁੰਡਨ ਕਿਹੜੇ ਸਾਲ ਕੀਤਾ ਜਾਂਦਾ ਹੈ? ਕਿਹੜੇ ਕੀਤਾ ਜਾਂਦਾ ਹੈ ਬੇਟਾ? ਤੀਜੇ ਤੋਂ ਪੰਜਵੇਂ। ਠੀਕ ਹੈ। बेटा जिस भी बच्चे ਨੂੰ क्लास ਦੇ ਵਿੱਚ प्रॉब्लम ਆਉਂਦੀ ਹੈ ਨਾ, डिस्कनेक्ट हो ਜਾਂਦੇ ਹੋ अगर, ਤਾਂ प्लीज लीव करके दोबारा ज्वाइन कर लिया करो। ठीक है। लीव करके ना दोबारा ज्वाइन कर लिया करो। अभिजीत बेटा अनम्यूट करो। अभिजीत बेटा प्रश्नों ਦੇ ਸੰਖੇਪ ਵਿੱਚ ਉੱਤਰ ਦਿਓ। Abhijit, are you listening me?
ਅਭਿਜੀਤ ਨੂੰ ਸ਼ਾਇਦ ਪ੍ਰੋਬਲਮ ਹੋ ਰਹੀ ਹੈ, ਮੇਰੀ ਆਵਾਜ਼ ਡਿਸਕਨੈਕਟ ਹੋ ਰਹੀ ਹੈ। ਸਰ ਅਗਲੀ ਕੁਐਸਚਨ ਕਰਦੇ ਹਾਂ ਆਪਾਂ। ਮਨੁੱਖੀ ਜੀਵਨ ਵਿੱਚ ਰਸਮਾਂ ਰਿਵਾਜਾਂ ਦਾ ਕੀ ਮਹੱਤਵ ਹੈ? मैम ਹਾਂਜੀ ਬੇਟਾ। यस मैम वो तो आपकी आवाज नहीं सुनाई दे रही थी इसलिए। बेटा नेक्स्ट टॉपिक करते हैं ਆਪਾਂ। ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਵਿੱਚ ਉੱਤਰ ਦਿਓ। ਮਨੁੱਖੀ ਜੀਵਨ ਵਿੱਚ ਰਸਮਾਂ ਰਿਵਾਜਾਂ ਦਾ ਕੀ ਮਹੱਤਵ ਹੈ? मैम ये फर्स्ट लाइन ਹਾਂਜੀ हाँ। रस्म रिवाज रस्म- रहू रीत ਆਪਾਂ ਇੱਥੇ ਲਿਖਾਂਗੇ ਬੇਟਾ ਰਸਮ ਰਿਵਾਜ ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ ਸਦਰਾਂ ਤੇ ਸਿੱਕਾਂ ਸਦਰਾਂ ਦੀ ਤਰਜਮਾਨੀ ਕਰਦੀਆਂ ਹਨ। मैम कर दिया हन या फिर करते हन? ਕਰਦੇ ਹਨ। ਬੱਚੇ ਦੇ ਜਨਮ ਤੋਂ ਬਾਅਦ ਕਿਹੜੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ? ਜਨਮ ਤੋਂ ਬਾਅਦ मैम ये ਪਿੰਡ ਦੇ ਨਾਮੀ ਅਤੇ ਭਾਈਚਾਰੇ ਦੇ ਹੋਰ ਬੰਦੇ ਵਧਾਈਆਂ ਲੈ ਕੇ ਆਉਂਦੇ ਹਨ। ਭਾਈਚਾਰੇ ਵਿੱਚ ਗੁੜ ਮਿਸ਼ਰੀ ਜਾਂ ਪਤਾਸੇ ਵੰਡੇ ਜਾਂਦੇ ਹਨ। ਹਾਂਜੀ ਔਰ ਹਾਂ ਇਹੀ ਹੈ ਬੇਟਾ। ਪਿੰਡ ਦੇ ਲੋਕ ਵਧਾਈਆਂ ਲੈ ਕੇ ਆਉਂਦੇ ਹਨ ਤਾਂ ਆਪਾਂ ਇਹ ਲਿਖ ਸਕਦੇ ਹਾਂ ਪਿੰਡ ਦੇ ਲੋਕ ਜਾਂ ਭਾਈਚਾਰੇ ਦੇ ਲੋਕ ਕਹਿ ਦਿੰਦੇ ਆ ਰਾਜੇ ਆਪਾਂ ਇੱਥੇ ਸਿੰਪਲ ਭਾਸ਼ਾ ਚ। ਪਿੰਡ ਚ ਕਿਹੜਾ ਇਕੱਲੇ ਚ ਹੁੰਦਾ ਹੈ। ਭਾਈਚਾਰੇ ਦੇ ਲੋਕ ਲਿਖ ਰਹੇ ਹੋ ਬੇਟਾ? ਰਾਈਟ ਕਰ ਰਹੇ ਹੋ ਸਾਰੇ ਬੱਚੇ? यस मैम। ਭਾਈਚਾਰੇ ਦੇ ਲੋਕ ਵਧਾਈਆਂ ਲੈ ਕੇ ਆਉਂਦੇ ਹਨ। ਭਾਈਚਾਰੇ ਵਿੱਚ ਗੁੜ ਮਿਸ਼ਰੀ ਪਤਾਸੇ ਵੰਡੇ ਜਾਂਦੇ ਹਨ। ਭਾਈਚਾਰੇ ਵਿੱਚ ਗੁੜ ਮਿਸ਼ਰੀ ਤੇ ਪਤਾਸੇ ਵੰਡੇ ਜਾਂਦੇ ਹਨ। ਵੰਡੇ ਜਾਂਦੇ मैम लिख लिया। ਓਕੇ ਬੇਟਾ। ਹਿੰਦੂ ਲੋਕ ਬੱਚੇ ਦਾ ਮੁੰਡਨ ਸੰਸਕਾਰ ਕਦੋਂ ਕਰਦੇ ਹਨ? ਹਿੰਦੂ ਲੋਕ ਮੁੰਡਨ ਸੰਸਕਾਰ ਤੀਜੇ ਤੋਂ ਪੰਜਵੇਂ ਸਾਲ ਵਿੱਚ ਕਰਦੇ ਹਨ। ਹਿੰਦੂ ਲੋਕ
ਬੱਚੇ ਦਾ ਮੁੰਡਨ ਤੀਜੇ ਤੋਂ 5ਵੇਂ ਸਾਲ ਵਿੱਚ ਕਰਦੇ ਹਨ। ਠੀਕ ਹੈ ਬੇਟਾ। ਹਿੰਦੂ ਲੋਕ ਬੱਚੇ ਮੁੰਡੇ ਸੰਸਕਾਰ मैम 5वें साल ਸਾਲ ਬੇਟਾ ਸਾਲ। साल तक करते हैं। ਹਾਂਜੀ, ਵਿਆਹ ਕੇ ਲਿਆਉਣ ਪਿੱਛੋਂ ਮੁੰਡੇ ਦੀ ਮਾਂ ਕਿਹੜੀ ਰਸਮ ਕਰਦੀ ਹੈ? मैम पानी वारन वाली रस्म। ਹਾਂਜੀ, ਵਿਆਹ ਵਾਲੇ ਮੁੰਡੇ ਦੀ ਮਾਂ ਦਰਵਾਜ਼ੇ मुंडे दी मां दरवाजे ਵਿਆਹ ਵਾਲੇ ਮੁੰਡੇ ਦੀ ਮਾਂ ਦਰਵਾਜ਼ੇ ਵਿੱਚ ਆਪਣੇ ਪੁੱਤਰ ਤੇ ਨੂੰਹ ਉੱਪਰੋਂ ਪਾਣੀ ਵਾਰਦੀ ਹੈ। ਨੂੰਹ ਉੱਪਰੋਂ 7 ਵਾਰੀ ਰਾਜੇ 7 ਵਾਰੀ ਪਾਣੀ ਵਾਰਦੀ ਹੈ। ਸਰ ਮੇਰੇ ਕੋਲ ਤਾਂ ਬੇਟਾ ਲਿਖ ਲਿਆ। ਸਾਹ Yes, ਭੇਜਣਾ ਕਿਸ ਨੂੰ ਆਖਦੇ ਹਨ? ਸਾਹ ਭੇਜਣਾ ਕਿਸ ਨੂੰ ਆਖਦੇ ਹਨ? ਮੰਗਣੀ ਤੋਂ ਪਿੱਛੋਂ ਕਿਸੇ ਸ਼ੁਭ ਮਹੀਨੇ ਦੀ ਤਿਥ ਨਿਯਤ ਕਰ ਲਈ ਜਾਂਦੀ ਹੈ। ਇਸ ਨੂੰ ਸਾਹ ਭਰਾਉਣਾ ਕਹਿੰਦੇ। ਸਾਹ ਭੇਜਣਾ ਕੀ ਹੈ ਬੇਟਾ? ओके मैम। मैं मीन्स चिट्ठी भेजनी। ਹਾਂਜੀ ਹਾਂ। चिट्ठी भेजनी आखदे हन। ਕੁੜੀ ਵਾਲੇ ਚਿੱਠੀ ਜਾਂ ਲਗਨ ਲਿਖਵਾ ਕੇ ਮੁੰਡੇ ਵਾਲਿਆਂ ਨੂੰ ਭੇਜਦੇ ਹਨ ਤਾਂ ਉਸਨੂੰ ਸਾਹਾ ਭੇਜਣਾ ਆਖਿਆ ਜਾਂਦਾ ਹੈ। ਠੀਕ ਹੈ। मैम दोबारा से बोलना। मैम ਹਾਂਜੀ ਬੇਟਾ 1 ਮਿੰਟ। ਕੁੜੀ ਵਾਲੇ ਸਾਹੇ ਦੀ ਚਿੱਠੀ ਲਿਖਵਾ ਕੇ ਮੁੰਡੇ ਵਾਲਿਆਂ ਨੂੰ ਦੇ ਹਨ ਤਾਂ ਇਸ ਨੂੰ ਸਾਹਾ ਭੇਜਣਾ ਕਹਿੰਦੇ ਹਨ। बेटा मैं ना आपको पिक सेंड कर दूंगी इसकी। ठीक है। ओके मैम। आपने वर्ड पे एक राइट करनी है अपनी नोटबुक पे और बाकी की चीज बाकी एक संक्षेप वाले भी अपनी नोटबुक पे कर लेने हैं। ठीक है। ओके मैम। हाँ जी बेटा वाक आपने खुद बनाने हैं। ठीक है। ओके मैम। वाकां विच वरतो आप लिखने तुसी सारे ने। ठीक है बेटा। ओके मैम।
मैं तो उनको सब देख लूंगी।